वाहिगुरु जी का खालसा वाहिगुरु जी की फतेह। कबीर मेरी जात को सबको हसने हार, बलिहारी इस जात को जिह जप्यो सिरजनहार। भगत कबीर जी का उच्चारण किया दूसरा श्लोक है। इस श्लोक में भगत कबीर जी ने जात पात का खंडन किया है। कबीर जी कहते ने कबीर मेरी जात को सबको हसने हार, क्योंकि कबीर जी कांशी में रहिंदी सी ते कांशी ब्राह्मणों का गढ़ है। हर ब्राह्मण ਉੱਚੀ ਜਾਤ ਵਾਲਾ ਭਗਤ ਕਬੀਰ ਜੀ ਦੀ ਇਸ ਨੀਚ ਜਾਤ ਦੇ ਉੱਪਰ, ਅਖੌਤੀ ਨੀਵੀਂ ਜਾਤ ਦੇ ਉੱਪਰ ਹੱਸਦੇ ਸਨ। ਕਬੀਰ ਜੀ ਕਹਿੰਦੇ ਨੇ ਵਾਕਈ ਮੇਰੀ ਜਾਤ ਉੱਪਰ ਹਰ ਕੋਈ ਠੱਠਾ ਮਖੌਲ ਮਜ਼ਾਕ ਕਰਨ ਵਾਲਾ ਹੈ, ਪਰ ਬਲਿਹਾਰੀ ਇਸ ਜਾਤ ਕੋ ਜਿਹੇ ਜਪਿਓ ਸਿਰਜਣਹਾਰ। ਮੈਂ ਇਸ ਜਾਤ ਤੋਂ ਬਲਿਹਾਰ ਹਾਂ, ਜਿਸ ਜਾਤ ਵਿੱਚ ਮੈਂ ਪ੍ਰਮਾਤਮਾ ਨੂੰ ਸਿਮਰ ਕੇ ਆਪਣਾ ਜੀਵਨ ਸਫਲ ਕਰ ਲਿਆ ਹੈ ਤੇ ਉਸ ਪ੍ਰਮਾਤਮਾ ਦੇ ਨਾਲ ਜਾ ਮਿਲਿਆ ਹਾਂ। ਅਗਰ ਕਿਤੇ ਮੇਰੀ ਜਾਤ ਵੀ ਉੱਚੀ ਹੁੰਦੀ, ਮੈਂ ਵੀ ਜਾਤ ਅਭਿਮਾਨ ਦੇ ਵਿੱਚ ਫਸ ਕੇ ਆਪਣਾ ਜੀਵਨ ਨਿਸ਼ਫਲ ਗਵਾ ਲੈਣਾ ਸੀ ਤੇ ਪ੍ਰਮਾਤਮਾ ਦੇ ਨਾਲ ਮਿਲ ਨਹੀਂ ਸੀ ਸਕਦਾ। ਭਗਤ ਕਬੀਰ ਜੀ ਦਾ ਕਾਂਸ਼ੀ ਦੇ ਇੱਕ ਬ੍ਰਾਹਮਣ ਦੇ ਨਾਲ ਸੰਵਾਦ ਹੋਇਆ ਤਾਂ ਭਗਤ ਕਬੀਰ ਜੀ ਨੇ ਜੋ ਉਸ ਬ੍ਰਾਹਮਣ ਨੂੰ ਮਿੱਠੀਆਂ ਮਿੱਠੀਆਂ ਝਾੜਾਂ ਪਾਈਆਂ, ਉਹਦਾ ਜ਼ਿਕਰ ਉਹਨਾਂ ਨੇ ਬਾਣੀ ਦੇ ਵਿੱਚ ਕੀਤਾ ਹੈ। ਭਗਤ ਕਬੀਰ ਜੀ ਇੱਕ ਬ੍ਰਾਹਮਣ ਨੂੰ, ਉੱਚ ਜਾਤੀ ਦੇ ਅਭਿਮਾਨੀ ਨੂੰ ਸਮਝਾਉਂਦੇ ਹਨ। ਕਹਿੰਦੇ ਹਨ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ। ਰਹਾਓ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਜਦੋਂ ਭਗਤ ਕਬੀਰ ਜੀ ਨੇ ਤਿੰਨ ਬੰਦ ਵਿੱਚ ਉਸ ਨੂੰ ਸਮਝਾਇਆ ਕਿ ਜੇ ਤੂੰ ਵਾਕਈ ਬ੍ਰਾਹਮਣ ਹੈ, ਫਿਰ ਤੈਨੂੰ ਕਿਸੇ ਹੋਰ ਢੰਗ ਤਰੀਕੇ ਦੇ ਨਾਲ ਸੰਸਾਰ 'ਤੇ ਪੈਦਾ ਹੋਣਾ ਚਾਹੀਦਾ ਸੀ। ਜਿਵੇਂ ਅਸੀਂ ਮਾਤਾ ਪਿਤਾ ਦੇ ਸੰਜੋਗ ਤੋਂ ਪੈਦਾ ਹੋਏ ਹਾਂ, ਤੇਰੇ ਵਾਸਤੇ ਕੋਈ ਹੋਰ ਵੱਖਰੀ ਜੁਗਤ ਹੋਣੀ ਚਾਹੀਦੀ ਸੀ। ਫਿਰ ਦੂਸਰੀ ਗੱਲ, ਕੀ ਤੇਰੇ ਸਰੀਰ ਵਿੱਚ ਦੁੱਧ ਹੈ ਜੋ ਤੂੰ ਬਹੁਤ ਮਹਾਨ ਹੋ ਗਿਆ, ਤੇ ਸਾਡੇ ਸਰੀਰ ਵਿੱਚ ਕੀ ਲਹੂ ਹੈ? ਜਾਂ ਤੇ ਤੇਰੇ ਸਰੀਰ ਵਿੱਚ ਦੁੱਧ ਹੋਵੇ ਤੇ ਸਾਡੇ ਸਰੀਰ ਵਿੱਚ ਲਹੂ ਹੈ, ਤੇਰੇ ਸਰੀਰ ਵਿੱਚ ਵੀ ਲਹੂ ਸਾਡੇ ਸਰੀਰ ਵਿੱਚ ਵੀ ਲਹੂ। ਇਸ ਵਾਸਤੇ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਅਸੀਂ ਸਾਰੇ ਉਸ ਬ੍ਰਹਮ ਬਿੰਦ ਤੋਂ ਹੀ ਪੈਦਾ ਹੋਏ ਹਾਂ, ਅਸੀਂ ਸਾਰੇ ਉਸ ਪ੍ਰਮਾਤਮਾ ਦੇ ਹੀ ਪੁੱਤਰ ਹਾਂ। ਤੋ ਬ੍ਰਾਹਮਣ ਜਦੋਂ ਭਗਤ ਜੀ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤਾਂ ਕਹਿਣ ਲੱਗਾ, ਭਗਤ ਜੀ ਕੀ ਫਿਰ ਤੁਸੀਂ ਬ੍ਰਾਹਮਣ ਨੂੰ ਮੰਨਦੇ ਹੀ ਨਹੀਂ? ਭਗਤ ਜੀ ਕਹਿਣ ਲੱਗੇ, ਮੰਨਦਾ ਹਾਂ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਜੋ ਬ੍ਰਹਮ ਦੀ ਵਿਚਾਰ ਕਰਦਾ ਹੈ, ਬ੍ਰਹਮ ਜੋ ਪ੍ਰਮਾਤਮਾ ਹੈ ਉਸ ਦੀ ਵਿਚਾਰ ਕਰਨ ਵਾਲਾ ਬ੍ਰਾਹਮਣ ਹੈ, ਭਾਵ ਉੱਚਾ ਹੈ, ਮਹਾਨ ਹੈ। ਜਾਤ ਕਰਕੇ ਕੋਈ ਮਹਾਨ ਨਹੀਂ ਹੈ, ਪਰਮਾਤਮਾ ਦੀ ਵਿਚਾਰ ਕਰਕੇ ਕੋਈ ਮਹਾਨ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਵੀ ਸਾਨੂੰ ਬਾਣੀ ਵਿੱਚ ਸਮਝਾਉਂਦੇ ਹਨ, ਭਗਤ ਰਤੇ ਸੇ ਉਤਮਾ, ਜਤ ਪਤ ਸ਼ਬਦੇ ਹੋਏ, ਬਿਨ ਨਾਮੈ ਸਭ ਨੀਚ ਜਾਤ, ਬਿਸ਼ਟਾ ਕਾ ਕੀੜਾ ਹੋਏ। ਜਿਹੜੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਰਤੇ ਹੋਏ ਹਨ ਭਾਈ, ਉਹੀ ਉੱਤਮ ਤੇ ਸ੍ਰੇਸ਼ਟ ਪ੍ਰਮਾਤਮਾ ਦੇ ਪਿਆਰੇ ਹਨ। ਗੁਰੂ ਦੇ ਸ਼ਬਦ ਦੁਆਰਾ ਹੀ ਸਾਡੀ ਉੱਚੀ ਜਾਤ ਤੇ ਸਾਡੀ ਉੱਚੀ ਕੁਲ ਹੋ ਸਕਦੀ ਹੈ। ਜਿਹੜੇ ਪ੍ਰਮਾਤਮਾ ਦਾ ਨਾਮ ਛੱਡੀ ਬੈਠੇ ਹਨ ਉਹ ਤੇ ਜਾਤ ਅਭਿਮਾਨ ਦੇ ਕੀੜੇ ਹਨ, ਜਾਤ ਅਭਿਮਾਨ ਦੇ ਕੀੜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਹੋਰ ਵੀ ਸਮਝਾਉਂਦੇ ਨੇ, ਜਾਤ ਜਨਮ ਨਹਿ ਪੁੱਛੀਐ, ਸੱਚ ਘਰ ਲਿਹੋ ਬਤਾਏ। ਕਿਸੇ ਨੂੰ ਇਹ ਨਾ ਪੁੱਛੋ ਤੇਰੀ ਜਾਤ ਕੀ ਹੈ, ਤੇਰਾ ਕਿਸ ਜਾਤੀ ਵਿੱਚ ਜਨਮ ਹੈ। ਹਾਂ, ਪੁੱਛਣਾ ਹੈ ਤੇ ਇਹ ਪੁੱਛੋ ਕਿ ਤੇਰੇ ਘਰ ਵਿੱਚ ਪ੍ਰਮਾਤਮਾ ਪ੍ਰਗਟ ਹੋਇਆ ਹੈ। ਅਗਲੇ ਦੀ ਜਾਤ ਪਾਤ ਨਾ ਪੁੱਛੋ, ਇਹ ਪੁੱਛੋ ਕਿ ਪ੍ਰਮਾਤਮਾ ਕਿਹਦੇ ਹਿਰਦੇ ਵਿੱਚ ਪ੍ਰਗਟ ਹੋਇਆ ਹੈ। ਹਜੂਰ ਕਹਿੰਦੇ ਹਨ, ਜਾਤ ਜਨਮ ਨਹਿ ਪੁੱਛੀਐ, ਸੱਚ ਘਰ ਲਿਹੋ ਬਤਾਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਭਾਈ ਜਾਤ ਪਤ ਤੇ ਸਾਡੀ ਕਰਮ ਦੇ ਅਨੁਸਾਰ ਬਣ ਜਾਂਦੀ ਹੈ। ਕੋਈ ਪਾਠ ਕਰਦਾ ਉਸ ਨੂੰ ਪਾਠੀ ਕਹਿ ਦਿੱਤਾ, ਕੋਈ ਕੀਰਤਨ ਕਰਦਾ ਉਸ ਨੂੰ ਕੀਰਤਨੀਆ ਕਹਿ ਦਿੱਤਾ, ਜੇ ਕੋਈ ਕਿਰਸਾਣੀ ਕਰਦਾ ਉਸ ਨੂੰ ਅਸੀਂ ਕਿਰਸਾਨ ਕਹਿ ਦਿੱਤਾ, ਜੇ ਕੋਈ ਦਿਹਾੜੀ ਦੱਪਾ ਕਰਦਾ ਉਸ ਨੂੰ ਅਸੀਂ ਮਜ਼ਦੂਰ ਕਹਿ ਦਿੱਤਾ। ਇਹ ਤੇ ਸਾਡੇ ਕਰਮ ਦੇ ਅਨੁਸਾਰ ਜਾਤ ਬਣ ਜਾਂਦੀ ਹੈ। ਪਰ ਦੋ ਜਾਤਾਂ ਹੀ ਦੁਨੀਆ ਦੇ ਵਿੱਚ ਪ੍ਰਮੁੱਖ ਨੇ, ਇੱਕ ਹੈ ਧਰਮ, ਦੂਸਰਾ ਹੈ ਪਾਪ। ਹਜੂਰ ਕਹਿੰਦੇ ਨੇ, ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੇ ਪਾਪੀ ਜਾਣੀਏ। ਜੇ ਅਸੀਂ ਧਰਮ ਦੇ ਕਰਮ ਕਰਾਂਗੇ, ਚੰਗੇ ਕਰਮ ਕਰਾਂਗੇ ਤੇ ਅਸੀਂ ਧਰਮੀ ਪੁਰਸ਼ ਅਖਵਾਵਾਂਗੇ, ਚੰਗੇ ਅਖਵਾਵਾਂਗੇ, ਸਾਡਾ ਸਤਿਕਾਰ ਮਾਣ ਹੋਏਗਾ। ਤੇ ਜੇ ਅਸੀਂ ਪਾਪ ਕਰਾਂਗੇ ਤੇ ਫਿਰ ਸਾਨੂੰ ਲੋਕ ਪਾਪੀ ਕਹਿਣਗੇ। ਜਾਤ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਇਤਿਹਾਸ ਪੜ੍ਹ ਕੇ ਦੇਖ ਲਓ, ਗੰਗੂ ਬ੍ਰਾਹਮਣ ਸੀ, ਉੱਚੀ ਜਾਤੀ ਵਾਲਾ ਸੀ, ਪਰ ਕੰਮ ਉਸਨੇ ਕਿੰਨਾ ਨੀਚ ਕੀਤਾ। ਅੱਜ ਤੱਕ ਉਸ ਨੂੰ ਅਸੀਂ ਲਾਹਣਤਾਂ ਪਾਉਂਦੇ ਹਾਂ ਤੇ ਅਗਾਂਹ ਵੀ ਲਾਹਣਤਾਂ ਪਾਉਂਦੇ ਰਹਾਂਗੇ।
ਲੇਕਿਨ ਬਾਬਾ ਮੋਤੀ ਮਹਿਰਾ ਜੀ, ਉਹ ਭਾਵੇਂ ਅਖੌਤੀ ਨੀਵੀਂ ਜਾਤ ਨਾਲ ਸੰਬੰਧਿਤ ਸਨ, ਪਰ ਬਾਬਾ ਮੋਤੀ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਪਿਲਾ ਕੇ ਉਹ ਸੇਵਾ ਕੀਤੀ, ਮਹਾਨ ਸੇਵਾ ਕੀਤੀ। ਆਪਣਾ ਸਾਰਾ ਪਰਿਵਾਰ ਤੇ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ। ਕੌਮ, ਪੰਥ, ਇਤਿਹਾਸ ਹਮੇਸ਼ਾ ਬਾਬਾ ਮੋਤੀ ਮਹਿਰਾ ਜੀ ਦਾ ਰਿਣੀ ਰਹੇਗਾ। ਇਸ ਲਈ ਕੋਈ ਵੀ ਮਨੁੱਖ ਜਾਤ ਕਰਕੇ ਉੱਚਾ ਨਹੀਂ, ਕਰਮ ਕਰਕੇ ਉੱਚਾ ਹੁੰਦਾ ਹੈ। ਸਾਨੂੰ ਕਿਸੇ ਨਾਲ ਵੀ ਜਾਤੀ ਪੱਖ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ। ਨਫ਼ਰਤ ਕਰਨੀ ਹੈ ਉਸ ਦੇ ਬੁਰੇ ਕਰਮਾਂ ਤੋਂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।